ਮਿਸ਼ਨ ਪੰਜਾਬੀ। ਅੱਜ ਦੀ ਖਬਰਸਾਰ ਵਿਸ਼ਲੇਸ਼ਣ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬ ਦੇ ਵਿੱਚ ਇੱਕ ਵਾਰ ਫਿਰ ਕਿਸਾਨੀ ਸੰਘਰਸ਼ ਦੌਰਾਨ ਸੜਕੀ ਟੋਲ ਜਾਂ ਕਹਿ ਲਈਏ ਕਿ ਟੋਲ ਪਲਾਜ਼ੇ ਮੁਫਤ ਹੋਣਗੇ। ਕਹਿਣ ਦਾ ਭਾਵ ਕਿ ਜਿਹੜੇ ਟੋਲ ਤੋਂ ਵਾਹਨ ਜਾਂ ਰਾਹਗੀਰ ਗੁਜ਼ਰਨਗੇ ਆਪੋ ਆਪਣੇ ਵਾਹਨਾਂ ਦੇ ਨਾਲ, ਉਹ ਕਿਸਾਨਾਂ ਵੱਲੋਂ, ਸੰਘਰਸ਼ੀ ਕਿਸਾਨਾਂ ਵੱਲੋਂ ਮੁਫਤ ਲੰਘਾਏ ਜਾਣਗੇ। ਇਸ ਸੰਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਬਕਾਇਦਾ ਐਲਾਨ ਕੀਤਾ ਹੋਇਆ ਹੈ ਅਤੇ ਜਿਹੜੀਆਂ ਇਸ ਜਥੇਬੰਦੀ ਆਧਾਰਿਤ ਮੰਗਾਂ ਹਨ, ਉਸ ਸੰਬੰਧੀ 2 ਦਿਨ ਪਹਿਲਾਂ ਪੰਜਾਬ ਸਰਕਾਰ ਨਾਲ ਇੱਕ ਦਵੱਲੀ ਬੈਠਕ ਵੀ ਹੋਈ ਹੈ। ਪੰਜਾਬ ਸਰਕਾਰ ਦੀ ਤਰਫੋਂ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸ਼ਾਮਲ ਹੋਏ ਅਤੇ ਜਦੋਂ ਕਿ ਜਥੇਬੰਦੀ ਦਾ ਇੱਕ ਵੱਡਾ ਵਫਦ ਸ਼ਾਮਲ ਹੋਇਆ ਸੀ ਅਤੇ ਜਥੇਬੰਦੀ ਦਾ ਕਹਿਣਾ ਹੈ ਕਿ ਉਹ ਬੈਠਕ ਬੇਸਿੱਟਾ ਰਹੀ ਸੀ, ਲਿਹਾਜ਼ਾ ਉਹ ਸੰਘਰਸ਼ ਦੇ ਰੌਂ ਵਿੱਚ ਹਨ ਅਤੇ ਜਿਹੜਾ ਉਹਨਾਂ ਨੇ ਅਗਲਾ ਸੰਘਰਸ਼ ਟੋਲ ਪਲਾਜ਼ੇ ਮੁਫਤ ਕਰਨ ਦਾ ਐਲਾਨਿਆ ਹੋਇਆ ਹੈ, ਉਸ ਨੂੰ 15 ਦਸੰਬਰ ਤੋਂ ਲਾਗੂ ਕਰ ਦੇਣਗੇ। ਇਸ ਜਥੇਬੰਦੀ ਨੇ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਹੋਈ ਸੀ ਕਿ ਜੇਕਰ 14 ਦਸੰਬਰ ਤੱਕ ਉਹਨਾਂ ਦੀਆਂ ਜਿਹੜੀਆਂ ਮੰਗਾਂ ਮਸਲੇ ਹਨ ਉਹ ਹੱਲ ਨਾ ਕੀਤੇ ਤਾਂ ਉਹ 15 ਦਸੰਬਰ ਤੋਂ ਪਹਿਲੇ ਪੜਾਅ ਦੇ ਵਿੱਚ 15 ਜਨਵਰੀ ਤੱਕ ਪੰਜਾਬ ਦੇ ਜਿਹੜੇ ਟੋਲ ਪਲਾਜ਼ੇ ਹਨ ਉਹ ਸਾਰੇ ਮੁਫਤ ਕਰ ਦੇਣਗੇ। ਇਸ ਜਥੇਬੰਦੀ ਦਾ ਜਿਹੜਾ ਫੈਸਲਾ ਹੈ ਉਸ ਮੁਤਾਬਕ ਟੋਲ ਪਲਾਜ਼ਿਆਂ ਉੱਤੇ ਕਿਸਾਨਾਂ ਵੱਲੋਂ, ਸੰਘਰਸ਼ੀ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਆਰੰਭ ਦਿੱਤੇ ਜਾਣਗੇ, ਰੋਸ ਧਰਨੇ ਵਿੱਢ ਦਿੱਤੇ ਜਾਣਗੇ ਅਤੇ ਜਦੋਂ ਵੀ ਜਿਹੜੇ ਵੀ ਰਾਹਗੀਰ ਵਾਹਨ ਚਾਲਕ ਉੱਥੋਂ ਲੰਘਣਗੇ ਤਾਂ ਇਹ ਸੰਘਰਸ਼ੀ ਕਿਸਾਨ ਉਹਨਾਂ ਦੇ ਜਿਹੜੇ ਵਾਹਨ ਨੇ ਉਹ ਬਿਨਾਂ ਟੋਲ ਪਰਚੀ ਕਟਾਏ ਮੁਫਤ ਲੰਘਾਉਣਗੇ। ਜਥੇਬੰਦੀ ਦਾ ਰੋਸ ਹੈ ਕਿ ਸਰਕਾਰ ਜੇਕਰ ਨਹੀਂ ਮੰਨੇਗੀ ਤਾਂ ਇਸ ਸੰਘਰਸ਼ ਨੂੰ 15 ਜਨਵਰੀ ਤੋਂ ਹੋਰ ਵੀ ਅੱਗੇ ਵਧਾਇਆ ਜਾ ਸਕਦਾ ਹੈ। ਦੱਸ ਦਈਏ ਕਿ ਜਦੋਂ ਦਿੱਲੀ ਦੇ ਵਿੱਚ 1 ਸਾਲ ਕਿਸਾਨ ਸੰਘਰਸ਼ ਚੱਲਦਾ ਰਿਹਾ ਸੀ ਤਾਂ ਉਸ ਤੋਂ ਪਹਿਲਾਂ ਅਤੇ ਉਸ ਦੌਰਾਨ ਵੀ ਪੰਜਾਬ ਦੇ ਜਿਹੜੇ ਟੋਲ ਪਲਾਜ਼ੇ ਸਨ ਉਹ ਬਿਲਕੁਲ ਬੰਦ ਸਨ। ਭਾਵੇਂ ਉਹ ਪਿਛਲੇ ਸੰਘਰਸ਼ ਦੇ ਵਿੱਚ ਕਿਸਾਨਾਂ ਵੱਲੋਂ ਟੋਲ ਪਲਾਜ਼ੇ ਬਿਲਕੁਲ ਬੰਦ ਰੱਖੇ ਗਏ ਸਨ, ਪਰੰਤੂ ਹੁਣ ਟੋਲ ਪਲਾਜ਼ੇ ਭਾਵੇਂ ਬੰਦ ਨਹੀਂ ਰੱਖੇ ਜਾਣਗੇ, ਜਿਹੜਾ ਕਿਸਾਨਾਂ ਨੇ ਸੰਘਰਸ਼ ਉਲੀਕਿਆ ਉਸ ਮੁਤਾਬਕ, ਪਰ ਉਹ ਮੁਫਤ ਹੋਣਗੇ। ਰਾਹਗੀਰਾਂ ਨੂੰ ਟੋਲ ਦੀ ਕੋਈ ਪਰਚੀ ਨਹੀਂ ਕਟਾਉਣੀ ਪਏਗੀ। ਅਜਿਹਾ ਕਹਿਣਾ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸੰਬੰਧੀ ਤੁਹਾਨੂੰ ਥੋੜ੍ਹੀ ਜਿਹੀ ਵਾਕਫੀਅਤ ਕਰਾਈਏ। ਇਹ ਉਹ ਜਥੇਬੰਦੀ ਹੈ, ਭਾਵੇਂ ਇਸ ਦਾ ਇਸ ਵੇਲੇ ਬੇਸ ਮੁੱਖ ਤੌਰ ਉੱਤੇ ਮਾਝੇ ਵਿੱਚ ਹੈ ਅਤੇ ਹੁਣ ਨਾਲ ਨਾਲ ਇਹ ਦੁਆਬਾ ਅਤੇ ਮਾਲਵੇ ਵੱਲ ਵੀ ਆਪਣਾ ਪੈਰ ਪਸਾਰਾ ਕਰ ਰਹੀ ਹੈ। ਅਤੇ ਇਹ ਜਥੇਬੰਦੀ ਜਦੋਂ ਦਿੱਲੀ ਦੇ ਵਿੱਚ 3 ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨੀ ਸੰਘਰਸ਼ ਚੱਲਿਆ ਸੀ ਤਾਂ ਸਿੰਘੂ ਬਾਰਡਰ ਤੋਂ ਅਗਲੇ ਪਾਸੇ, ਕਹਿਣ ਦਾ ਭਾਵ ਕਿ ਦਿੱਲੀ ਵਾਲੇ ਪਾਸੇ ਇਸ ਜਥੇਬੰਦੀ ਨੇ ਆਪਣਾ ਸੰਘਰਸ਼ੀ ਡੇਰਾ ਲਾਇਆ ਸੀ। ਕਹਿਣ ਦਾ ਭਾਵ ਕਿ ਸਿੰਘੂ ਬਾਰਡਰ ਤੋਂ ਸਭ ਤੋਂ ਅੱਗੇ ਇਸ ਜਥੇਬੰਦੀ ਦੇ ਕਾਰਕੁਨ ਬੈਠੇ ਸਨ। ਉਸ ਵੇਲੇ ਇਸ ਜਥੇਬੰਦੀ ਦੀ ਕਾਫੀ ਚਰਚਾ ਵੀ ਹੋਈ ਸੀ। ਉਂਝ ਇਸ ਜਥੇਬੰਦੀ ਦਾ ਬਾਕੀ ਜਿਹੜੀਆਂ ਕਿਸਾਨ ਜਥੇਬੰਦੀਆਂ ਹਨ ਉਹਨਾਂ ਨਾਲ ਕੋਈ ਜ਼ਿਆਦਾ ਸੁਰਤਾਲ ਨਹੀਂ ਮਿਲਦਾ ਅਤੇ ਬੜੇ ਲੰਮੇ ਸਮੇਂ ਤੋਂ ਇਹ ਜਥੇਬੰਦੀ ਆਪਣੇ ਤੌਰ ਉੱਤੇ ਵੱਖਰੀ ਤਰ੍ਹਾਂ ਦਾ ਹੀ ਕਿਸਾਨ ਸੰਘਰਸ਼ ਆਰੰਭਦੀ ਆ ਰਹੀ ਹੈ। ਦਿੱਲੀ ਦੇ ਵਿੱਚ ਵੀ ਜਿਹੜੀਆਂ 32 ਕਿਸਾਨ ਜਥੇਬੰਦੀਆਂ ਸਨ ਉਹ ਇੱਕ ਪਾਸੇ ਸਨ ਅਤੇ ਇਹ ਇਕੱਲੀ ਜਥੇਬੰਦੀ ਇੱਕ ਪਾਸੇ ਸੀ। ਇਸ ਜਥੇਬੰਦੀ ਦੀ ਬਾਗਡੋਰ ਇਸ ਵੇਲੇ ਬਤੌਰ ਪ੍ਰਧਾਨ ਸਤਨਾਮ ਸਿੰਘ ਪੰਨੂ ਦੇ ਹਵਾਲੇ ਹੈ, ਜਦੋਂ ਕਿ ਜਨਰਲ ਸਕੱਤਰ ਵਜੋਂ ਸਵਰਨ ਸਿੰਘ ਪੰਧੇਰ ਸਰਗਰਮ ਹਨ। ਮੇਰੇ ਯਾਦ ਹੈ ਕਿ ਜਦੋਂ 2002 ਤੋਂ ਬਾਅਦ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਥਾਪਿਤ ਹੋਈ ਸੀ ਤਾਂ ਉਸ ਵੇਲੇ ਪੰਜਾਬੀ ਟ੍ਰਿਬਿਊਨ ਦੀ ਕਵਰੇਜ ਦੌਰਾਨ ਮੈਂ ਇਸ ਜਥੇਬੰਦੀ ਨੂੰ ਬੜਾ ਨੇੜਿਓਂ ਤੱਕਿਆ ਤਾਂ ਉਸ ਵੇਲੇ ਇਸ ਜਥੇਬੰਦੀ ਨੇ ਬਿਜਲੀ ਬਿੱਲਾਂ ਦੇ ਖਿਲਾਫ ਇੱਕ ਵੱਡਾ ਪੰਜਾਬ ਵਿਆਪੀ ਸੰਘਰਸ਼ ਵਿੱਢਿਆ ਸੀ ਅਤੇ ਉਸ ਸੰਘਰਸ਼ ਦੇ ਵਿੱਚੋਂ ਇਹ ਜਥੇਬੰਦੀ ਸਫਲ ਹੋ ਕੇ ਬਾਹਰ ਆਈ ਸੀ ਅਤੇ ਉਸ ਸਮੇਂ ਨਿਊ ਮੋਤੀ ਬਾਗ ਪੈਲੇਸ ਦੇ ਖਿਲਾਫ ਵੀ ਇਹ ਜਥੇਬੰਦੀ ਆਪਣੇ ਧਰਨੇ ਸਮੇਂ ਲਾਉਂਦੀ ਰਹੀ ਅਤੇ ਜਦੋਂ ਕੈਪਟਨ ਸਰਕਾਰ ਨੇ ਜਿਹੜੇ ਬਿਜਲੀ ਬਿੱਲ ਕਿਸਾਨਾਂ ਦੇ ਟਿਊਬਵੈੱਲ ਮੋਟਰਾਂ ਦੇ ਵਾਪਸ ਦੁਬਾਰਾ ਲਗਾਏ ਸਨ, ਕਿਉਂਕਿ ਪਹਿਲਾਂ ਅਕਾਲੀ ਸਰਕਾਰ ਨੇ ਉਹ ਮਾਫ ਕੀਤੇ ਸਨ, ਤਾਂ ਇਸ ਜਥੇਬੰਦੀ ਨੇ ਜਿਹੜੇ ਕਿਸਾਨਾਂ ਨੇ ਉਸ ਸਮੇਂ ਉਸ ਦਰਮਿਆਨ
ਬਿਜਲੀ ਦੇ ਬਿੱਲ ਭਰ ਵੀ ਦਿੱਤੇ ਸਨ, ਉਹ ਵਾਪਸ ਵੀ ਕਰਵਾਏ ਸਨ। ਮਤਲਬ ਕਿ ਇਸ ਜਥੇਬੰਦੀ ਦਾ ਜਿਹੜਾ ਸੰਘਰਸ਼ ਹੈ ਉਹ ਵੱਖਰੀ ਤਰ੍ਹਾਂ ਦਾ, ਕਹਿ ਲਈਏ ਕਿ ਇਹ ਆਪਣੇ ਆਪ ਦੇ ਵਿੱਚ ਇੱਕ ਸਖਤ ਜਥੇਬੰਦੀ ਹੈ ਤੇ ਸਖਤ ਫੈਸਲੇ ਲੈਣ ਦੀ ਇਸ ਜਥੇਬੰਦੀ ਦੇ ਵਿੱਚ ਸਮਰੱਥਾ ਵੀ ਹੈ। ਹੁਣ ਇਸ ਜਥੇਬੰਦੀ ਨੇ ਜਿਹੜਾ ਆਪਣੇ ਤੌਰ ਤੇ ਪੰਜਾਬ ਦੇ ਵਿੱਚ ਪਹਿਲੇ ਪੜਾਅ ਦੇ ਵਿੱਚ ਪੂਰਾ ਮਹੀਨਾ ਟੋਲ ਪਲਾਜ਼ਿਆਂ ਨੂੰ ਮੁਫਤ ਰੱਖਣ ਦਾ ਜਿਹੜਾ ਐਲਾਨ ਕੀਤਾ ਹੈ ਜਾਂ ਫੈਸਲਾ ਲਿਆ ਹੈ, ਉਹ ਇਸ ਜਥੇਬੰਦੀ ਨੇ ਕਿਉਂ ਲਿਆ ਹੈ, ਉਸ ਪਿੱਛੇ ਕਿਹੜੀ ਅਜਿਹੀ ਵੱਡੀ ਜਾਂ ਵੱਖਰੀ ਮੰਗ ਹੈ। ਆਪਾਂ ਜੇਕਰ ਜਾਣੀਏ ਤਾਂ ਇਸ ਜਥੇਬੰਦੀ ਦੇ ਕਹਿਣ ਦਾ ਭਾਵ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੰਘਰਸ਼ ਵਿਚਲੀ ਜਿਹੜੀ ਇੱਕ ਇਸ ਵੇਲੇ ਵੱਡੀ ਮੰਗ, ਸ਼ਾਇਦ ਉਹ ਭਾਵੇਂ ਇਸ ਵੇਲੇ ਕੇਂਦਰ ਸਰਕਾਰ ਦੇ ਮੁਤਲਕ ਹੈ, ਪਰੰਤੂ ਉਸ ਦੇ ਵਿੱਚ ਪੰਜਾਬ ਸਰਕਾਰ ਵੀ ਇੱਕ ਵੱਡੀ ਹਾਮੀ ਭਰ ਸਕਦੀ ਹੈ। ਕੇਂਦਰ ਸਰਕਾਰ ਨੇ ਜਾਂ ਕਹਿ ਲਈਏ ਕਿ ਭਾਰਤ ਸਰਕਾਰ ਨੇ 1972 ਦੇ ਵਿੱਚ ਇੱਕ ਜ਼ਮੀਨ ਦਾ ਸੀਲਿੰਗ ਐਕਟ ਬਣਾਇਆ ਸੀ, ਜਿਸ ਦਾ ਨਾਂ 1972 17.5 ਏਕੜ ਜ਼ਮੀਨ ਹੱਦਬੰਦੀ ਕਾਨੂੰਨ ਸੀ। ਇਸ ਕਾਨੂੰਨ ਮੁਤਾਬਕ ਜਿਨ੍ਹਾਂ ਕਿਸਾਨਾਂ ਦੇ ਕੋਲ 17.5 ਏਕੜ ਤੋਂ ਵੱਧ ਜ਼ਮੀਨ ਹੈ ਉਹ ਸੀਲ ਹੋਣੀ ਸੀ। ਸੀਲ ਹੋ ਕੇ ਕੱਟ ਕੇ ਫਿਰ ਉਹ ਬੇਜ਼ਮੀਨੇ ਕਿਸਾਨਾਂ ਤੇ ਮਜ਼ਦੂਰਾਂ ਤੇ ਕਿਰਤੀਆਂ ਦੇ ਵਿੱਚ ਵੰਡੀ ਜਾਣੀ ਸੀ। ਹੁਣ ਇਸ ਜਥੇਬੰਦੀ ਨੇ ਉਸ ਪੁਰਾਣੇ ਕਾਨੂੰਨ ਨੂੰ ਹੱਥ ਵਿੱਚ ਲਿਆ ਹੈ, ਕਹਿਣ ਦਾ ਭਾਵ ਕਿ ਆਪਣੇ ਸੰਘਰਸ਼ੀ ਦਾਇਰੇ ਦਾ ਹਿੱਸਾ ਬਣਾਇਆ ਹੈ। ਜਥੇਬੰਦੀ ਦਾ ਸ਼ਿਕਵਾ ਹੈ ਕਿ ਭਾਰਤ ਸਰਕਾਰ ਨੇ ਜਿਹੜਾ ਇਹ 1972 ਦੇ ਵਿੱਚ ਕਾਨੂੰਨ ਬਣਾਇਆ ਸੀ ਉਹ ਹਾਲੇ ਤੱਕ ਲਾਗੂ ਨਹੀਂ ਹੋਇਆ, ਉਹ ਕਾਗਜ਼ਾਂ ਪੱਤਰਾਂ ਦੇ ਵਿੱਚ ਵੀ ਹੀ ਦਮ ਹੋਵੇ। ਮਤਲਬ ਕਿ ਜੇਕਰ ਇਹ ਕਾਨੂੰਨ 1972 17.5 ਏਕੜ ਜ਼ਮੀਨ ਹੱਦਬੰਦੀ ਕਾਨੂੰਨ ਲਾਗੂ ਹੁੰਦਾ ਹੈ ਤਾਂ ਜਿਸ ਕਿਸਾਨ ਦੇ ਕੋਲ ਪੰਜਾਬ ਦੇ ਵਿੱਚ 17.5 ਏਕੜ ਤੋਂ ਵੱਧ ਜ਼ਮੀਨ ਹੈ ਤਾਂ ਉਹ ਕੱਟ ਕੇ ਬੇਜ਼ਮੀਨੇ ਕਿਸਾਨਾਂ ਤੇ ਮਜ਼ਦੂਰਾਂ ਦੇ ਵਿੱਚ ਵੰਡੀ ਜਾਏਗੀ। ਹੁਣ ਮਸਲਾ ਇਹ ਹੈ ਕਿ ਇਹ ਕਾਨੂੰਨ ਬਹੁਤ ਪੁਰਾਣਾ ਹੋ ਚੁੱਕਾ ਹੈ। 1972 ਤੋਂ ਲੈ ਕੇ 2022 ਵਿੱਚ ਬੜਾ ਲੰਮਾ ਸਮਾਂ, ਬੜਾ ਲੰਮਾ ਗੈਪ ਹੈ। ਤੇ ਸਵਾਲ ਹੈ ਕਿ ਜੇਕਰ ਭਾਰਤ ਸਰਕਾਰ ਨੇ ਉਹ ਕਾਨੂੰਨ ਬਣਾਇਆ ਸੀ ਤਾਂ ਪੰਜਾਬ ਦੇ ਵਿੱਚ ਉਹ ਇੰਪਲੀਮੈਂਟਸ ਕਿਉਂ ਨਹੀਂ ਹੋਇਆ। ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਵੀ ਇਸ ਕਾਨੂੰਨ ਦੀ ਉਸ ਸਮੇਂ ਡਟ ਕੇ ਵਕਾਲਤ ਕੀਤੀ ਸੀ। ਹਾਲਾਂਕਿ ਅਜਿਹਾ ਕਾਨੂੰਨ ਜਿਹੜਾ ਪੰਜਾਬ ਦੇ ਵਿੱਚ ਇਸ ਵੇਲੇ ਗਠਿਤ ਹੈ, ਜਿਹੜਾ ਲਾਗੂ ਨਹੀਂ ਹੋ ਸਕਿਆ। ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜਾ ਜ਼ਮੀਨ ਦਾ ਜਿਹੜਾ ਸੀਲਿੰਗ ਏਕੜ ਹੈ ਉਹ ਇਸ ਵੇਲੇ 10 ਏਕੜ ਤੱਕ ਹੈ ਕਿਸਾਨਾਂ ਮੁਤਾਬਕ, ਜਦੋਂ ਕਿ ਰਾਜਸਥਾਨ ਦੇ ਵਿੱਚ 35 ਏਕੜ ਤੱਕ ਦੱਸਿਆ ਜਾਂਦਾ ਹੈ। ਪੰਜਾਬ ਦੇ ਵਿੱਚ ਇਹ ਦਰ ਯਾਨੀ ਕਿ ਜ਼ਮੀਨ ਦੀ ਜਿਹੜੀ ਦਰ ਸੀ, ਮਾਲਕੀ ਸੀ, ਉਹ 17.5 ਏਕੜ ਨਿਸ਼ਚਿਤ ਕੀਤੀ ਗਈ ਸੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਕਹਿਣ ਦਾ ਭਾਵ ਕਿ ਇਸ ਜਥੇਬੰਦੀ ਦਾ ਕਹਿਣਾ ਹੈ ਕਿ ਜਿਹੜੀ 17.5 ਏਕੜ ਤੋਂ ਵੱਧ ਜ਼ਮੀਨ ਹੈ ਉਹ ਪੰਜਾਬ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਮੌਜੂਦ ਹੈ। ਵੱਡੇ ਧਨਾਡਾਂ ਦੇ ਕੋਲ, ਵੱਡੇ ਕਿਸਾਨ ਘਰਾਣਿਆਂ ਦੇ ਕੋਲ, ਵੱਡੇ ਅਫਸਰਾਂ ਦੇ ਕੋਲ, ਵੱਡੇ ਸਾਬਕਾ ਅਫਸਰਾਂ ਦੇ ਕੋਲ ਉਹ ਇਸ ਵੇਲੇ ਜ਼ਮੀਨ ਮੌਜੂਦ ਹੈ। ਤੇ ਇਸ ਵੇਲੇ ਜਿਹੜੀ ਵੱਡੀ ਮੰਗ ਹੈ ਕਿ ਉਹ ਜਿਹੜਾ ਕਾਨੂੰਨ ਹੈ 1972 ਦਾ ਉਹ ਹੂਬਹੂ ਲਾਗੂ ਹੋਵੇ ਤੇ ਜਿਹੜੀ ਜ਼ਮੀਨ ਵਾਧੂ ਜ਼ਮੀਨ ਜਿਹੜੀ 17.5 ਏਕੜ ਤੋਂ ਕਿਸੇ ਮਾਲਕ ਕੋਲ ਵਾਧੂ ਜ਼ਮੀਨ ਹੈ ਉਹ ਬੇਜ਼ਮੀਨੇ ਲੋਕਾਂ ਦੇ ਵਿੱਚ ਵੰਡੀ ਜਾਵੇ। ਖੈਰ, ਇਹ ਮੰਗ ਬਹੁਤ ਔਖੀ ਹੈ ਤੇ ਆਪਾਂ ਪਹਿਲਾਂ ਜ਼ਿਕਰ ਕੀਤਾ ਹੀ ਹੈ ਕਿ ਇਹ ਜਥੇਬੰਦੀ ਸਖਤ ਫੈਸਲੇ ਲੈਂਦੀ ਹੈ ਤੇ ਸਖਤ ਸੰਘਰਸ਼ ਵੀ ਵਿੱਢਦੀ ਹੈ। ਹੁਣ ਵੀ ਜੇਕਰ ਆਪਾਂ ਘੋਖੀਏ ਤਾਂ ਇਸ ਜਥੇਬੰਦੀ ਨੇ ਇਹ ਮੰਗ ਲੈ ਕੇ ਮੁੜ ਇੱਕ ਤਿੱਖਾ ਤੇ ਸਖਤ ਸੰਘਰਸ਼ ਵਿੱਢਣ ਦਾ ਅਹਿਦ ਲੈ ਲਿਆ ਹੈ, ਜਿਸ ਦੇ ਵਿੱਚ ਸੜਕੀ ਟੋਲ ਪਲਾਜ਼ਿਆਂ ਨੂੰ ਮੁਫਤ ਕਰਨ ਦਾ ਜਿਹੜਾ ਐਲਾਨ ਹੈ, ਜਾਂ ਸਿੱਧੇ ਤੌਰ ਤੇ ਕਹਿ ਲਈਏ ਕਿ ਜਥੇਬੰਦੀ ਆਪਣੇ ਤੌਰ ਤੇ ਇਹਨਾਂ ਟੋਲ ਪਲਾਜ਼ਿਆਂ ਨੂੰ ਬੰਦ ਕਰੇਗੀ, ਜਾਂ ਕਹਿ ਲਈਏ ਕਿ ਟੋਲ ਪਲਾਜ਼ਿਆਂ ਨੂੰ ਬੰਦ ਕਰੇਗੀ। ਜੇਕਰ ਜਥੇਬੰਦੀ ਦੇ ਵਰਕਰ ਵਾਹਨਾਂ ਨੂੰ ਮੁਫਤ ਲਗਾਉਣਗੇ ਤਾਂ ਟੋਲ ਪਲਾਜ਼ੇ ਮਾਲਕਾਂ ਮੁਤਾਬਕ ਤਾਂ ਉਹਨਾਂ ਦੇ ਟੋਲ ਬੰਦ ਹੀ ਸਮਝੇ ਜਾਣਗੇ। ਹੁਣ ਅੱਗੇ ਵੇਖਣਾ ਹੋਵੇਗਾ ਕਿ ਇਸ ਮੰਗ ਤੇ ਮਸਲੇ ਨਾਲ ਕਹਿਣ ਦਾ ਭਾਵ ਕਿ ਟੋਲ ਪਲਾਜ਼ਿਆਂ ਦੇ ਮੁਫਤ ਹੋਣ ਦੇ ਸੰਘਰਸ਼ ਨਾਲ ਇਸ ਜਥੇਬੰਦੀ ਦਾ ਸੂਬੇ ਦੀ ਸਰਕਾਰ ਜਾਂ ਕੇਂਦਰ ਸਰਕਾਰ ਨਾਲ ਟਕਰਾਅ ਵਾਲਾ ਮਾਹੌਲ ਵੀ ਬਣ ਸਕਦਾ ਹੈ।
ਤੇ ਇਸ ਜਥੇਬੰਦੀ ਦੇ ਆਗੂਆਂ ਦਾ ਕਹਿਣਾ ਹੈ ਕਿ ਉਹ ਬੇਖੌਫ ਇਸ ਸੰਘਰਸ਼ ਨੂੰ ਅੱਗੇ ਵਧਾਉਣਗੇ। ਸਰਕਾਰ ਕੋਲ ਹਾਲੇ ਵੀ ਵਕਤ ਹੈ ਕਿ ਉਹ 14 ਦਸੰਬਰ ਤੱਕ ਉਹਨਾਂ ਦੀਆਂ ਮੰਗਾਂ ਤੇ ਮਸਲਿਆਂ ਉੱਤੇ ਵੱਡੇ ਦਿਲ ਨਾਲ ਗੌਰ ਕਰੇ। ਪੰਜਾਬ ਵਿੱਚ ਜ਼ਮੀਨ ਦੀ ਸੀਲਿੰਗ ਦਾ ਮਾਮਲਾ ਨਕਸਲਵਾੜੀ ਲਹਿਰ ਜਦੋਂ ਪੰਜਾਬ ਦੇ ਵਿੱਚ ਸਰਗਰਮ ਰਹੀ ਉਸ ਵੇਲੇ ਵੀ ਉੱਠਿਆ ਦੱਸਿਆ ਜਾਂਦਾ ਹੈ, ਤੇ ਇਸ ਮਗਰੋਂ ਖੱਬੇ ਪੱਖੀ ਜਿਹੜੀਆਂ ਵੱਖ-ਵੱਖ ਸਮੇਂ ਲਹਿਰਾਂ ਉੱਠਦੀਆਂ ਰਹੀਆਂ ਉਹਦੇ ਵਿੱਚ ਵੀ ਇਹ ਮੁੱਦਾ ਵੱਡੇ ਪੱਧਰ ਉੱਤੇ ਸ਼ੁਮਾਰ ਸੀ। ਤੇ ਇੱਥੇ ਇੱਕ ਗੱਲ ਹੋਰ ਵੀ ਦੱਸਣੀ ਬਣਦੀ ਹੈ ਕਿ ਜਦੋਂ ਇਹ ਜ਼ਮੀਨ ਸੀਲਿੰਗ ਦਾ ਮਾਮਲਾ ਉੱਠ ਰਿਹਾ ਸੀ ਜਾਂ ਪੰਜਾਬ ਦੇ ਵਿੱਚ ਪਿਛਲੇ ਸਮੇਂ ਭਖਿਆ ਹੋਇਆ ਸੀ, ਤਾਂ ਉਸ ਵੇਲੇ ਕਈ ਧਨਾੜ ਸਰਦਾਰਾਂ ਨੇ, ਵੱਡੇ ਘਰਾਣਿਆਂ ਨੇ ਸੰਘਰਸ਼ ਦੇ ਸਿਆਸੀ ਪੈਂਤੜੇ ਹੇਠ ਜ਼ਮੀਨਾਂ ਨੂੰ ਵਧਾ ਲਿਆ ਸੀ। ਕਹਿੰਦਾ ਭਾਵ ਕਿ ਆਪਣੀਆਂ ਜ਼ਮੀਨਾਂ ਦੇ ਵਿੱਚ ਉਹਨਾਂ ਨੇ ਵੱਡਾ ਇਜ਼ਾਫਾ ਕਰ ਲਿਆ ਸੀ। ਅਜਿਹੇ ਪੰਜਾਬ ਦੇ ਵਿੱਚ ਵੱਡੀ ਗਿਣਤੀ ਸੰਘਰਸ਼ੀ, ਕਹਿੰਦਾ ਭਾਵ ਕਿ ਸੰਘਰਸ਼ਾਂ ਦੇ ਵਿੱਚੋਂ ਆਏ ਹੋਏ ਲੋਕ ਸਨ ਜਿਹੜੇ ਆਗੂ ਪੱਧਰ ਦੇ ਸਨ, ਜਿਨ੍ਹਾਂ ਉੱਤੇ ਪਿਛਲੇ ਸਮੇਂ ਵੱਖ-ਵੱਖ ਸਮੇਂ ਉਂਗਲ ਵੀ ਉੱਠਦੀ ਰਹੀ। ਪਰੰਤੂ ਹੌਲੀ-ਹੌਲੀ ਕਰਕੇ ਜਿਹੜਾ ਇਹ ਜ਼ਮੀਨ ਦੀ ਸੀਲਿੰਗ ਦਾ ਮਾਮਲਾ ਸੀ ਇਹ ਦਬਦਾ ਗਿਆ, ਕਿਉਂਕਿ ਜਿਹੜੇ ਉਸ ਵੇਲੇ ਦੇ ਆਗੂ ਸਨ ਉਹਨਾਂ ਨੇ ਆਪਣੇ ਘਰਾਂ ਨੂੰ ਇੱਕ ਲਾਲਸਾ ਵਜੋਂ ਵੇਖਿਆ, ਆਪਣੀਆਂ ਜ਼ਮੀਨਾਂ 'ਚ ਵਾਧਾ ਕੀਤਾ, ਕਈ ਤਰ੍ਹਾਂ ਦੇ ਉਹਨਾਂ ਨੇ ਸਿਆਸੀ ਪੈਂਤੜੇ ਅਪਣਾਏ। ਤੇ ਜਿਹੜੇ ਸੰਘਰਸ਼ੀ ਆਮ ਲੋਕ ਸਨ ਉਹਨਾਂ ਨੇ ਇਸ ਮਾਮਲੇ ਉੱਤੇ ਦੱਸਦੇ ਨੇ ਕਿ ਪਿਛਲੇ ਸਮੇਂ ਕਾਫੀ ਰੌਲਾ ਰੱਪਾ ਵੀ ਪਾਇਆ, ਪਰੰਤੂ ਹੌਲੀ-ਹੌਲੀ ਇਸ ਮਾਮਲੇ ਦਾ ਜਿਹੜਾ ਦਮ ਸੀਗਾ ਉਹ ਨਿਕਲ ਗਿਆ। ਪਿਛਲੇ ਕਹਿਣ ਦਾ ਭਾਵ ਕਿ 2-2.5 ਦਹਾਕਿਆਂ ਤੋਂ ਜ਼ਮੀਨ ਦੀ ਸੀਲਿੰਗ ਦਾ ਮਾਮਲਾ ਬਿਲਕੁਲ ਹੀ ਚੁੱਪ ਸੀਗਾ, ਸ਼ਾਂਤ ਸੀ। ਹੁਣ ਇਸ ਮਾਮਲੇ ਨੂੰ ਨਵੇਂ ਸਿਰਿਓਂ ਇੱਕ ਵਾਰ ਫੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਉਠਾਇਆ ਹੈ, ਆਪਣੇ ਮੋਢਿਆਂ ਉੱਤੇ ਧਰਿਆ ਹੈ, ਸੰਘਰਸ਼ ਦਾ ਐਲਾਨ ਕੀਤਾ ਹੈ। ਭਾਵੇਂ ਕਿ ਇਸ ਜਥੇਬੰਦੀ ਨੇ ਇਸ ਸੰਘਰਸ਼ ਦੇ ਵਿੱਚ ਜਿਹੜਾ ਟੋਲ ਪਲਾਜ਼ਿਆਂ ਦਾ ਸੰਘਰਸ਼ ਹੈ ਉਹਦੇ ਵਿੱਚ ਹੋਰ ਉਹ ਮੰਗਾਂ ਵੀ ਸ਼ਾਮਲ ਹਨ ਜਿਹੜੀਆਂ ਬਾਕੀ ਕਿਸਾਨ ਧਿਰਾਂ ਦੀਆਂ ਵੀ ਹਨ, ਜਿਨ੍ਹਾਂ ਦੇ ਵਿੱਚ ਤਈ ਫਸਲਾਂ ਦੀ ਖਰੀਦ ਦੀ ਗਰੰਟੀ ਕਰਨੀ ਤੇ ਜਿਹੜਾ ਕਿਸਾਨਾਂ ਮਜ਼ਦੂਰਾਂ ਸਿਰ ਕਰਜ਼ਾ ਹੈ ਉਹ ਬਿਲਕੁਲ ਮਾਫ ਕਰਨਾ, ਉਹਦੇ ਉੱਤੇ ਲੀਕ ਫੇਰ ਦੇਣੀ। ਇਸ ਜਥੇਬੰਦੀ ਕਹਿੰਦਾ ਭਾਵ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਦੱਸਿਆ ਕਿ ਪਿਛਲੇ 5 ਸਾਲਾਂ ਦੇ ਵਿੱਚ ਕੇਂਦਰ ਸਰਕਾਰ ਨੇ ਕਾਰਪੋਰੇਟ ਪੱਖੀ ਲੋਕਾਂ ਦਾ ਜਾਂ ਕੁਝ ਵਿੱਤੀ ਲਿਹਾਜ਼ ਤੋਂ ਭਗੌੜੇ ਲੋਕਾਂ ਦਾ ਕੇਂਦਰ ਸਰਕਾਰ ਨੇ 10 ਲੱਖ ਕਰੋੜ ਤੋਂ ਵੱਧ ਕਰਜ਼ਾ ਮਾਫ ਕੀਤਾ ਹੈ, ਤੇ ਕਿਸਾਨਾਂ ਦਾ ਇੰਨਾ ਨਹੀਂ ਬਣਦਾ। ਕਿਸਾਨਾਂ ਨੂੰ ਵਿੱਤੀ ਤੌਰ ਤੇ ਵਿੱਤੀ ਤੰਗੀਆਂ ਤੋਂ ਬਾਹਰ ਕੱਢਣ ਲਈ ਕੇਂਦਰ ਸਰਕਾਰ ਨੂੰ ਮੋਟੇ ਦਿਲ ਨਾਲ ਬਾਂਹ ਫੜਨੀ ਚਾਹੀਦੀ ਹੈ, ਤੇ ਇਸ ਵੇਲੇ ਜਿਹੜਾ ਕਿਸਾਨਾਂ ਸਿਰ ਕਰਜ਼ਾ ਹੈ ਉਸ ਉੱਤੇ ਲੀਕ ਫੇਰਨੀ ਚਾਹੀਦੀ ਹੈ। ਜਥੇਬੰਦੀ ਦੇ ਪ੍ਰਧਾਨ ਪੰਨੂ ਮੁਤਾਬਕ ਇਹ ਮੰਗ ਵੀ ਇਸ ਟੋਲ ਪਲਾਜ਼ਾ ਸੰਘਰਸ਼ ਦੇ ਵਿੱਚ ਜਥੇਬੰਦੀ ਨੇ ਰੱਖੀ ਹੋਈ ਹੈ। ਉਹਨਾਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ, ਕਈ ਹਫ਼ਤਿਆਂ ਤੋਂ ਪੰਜਾਬ ਦੇ ਪੌਣੀ ਦਰਜਨ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਜਥੇਬੰਦੀ ਵੱਲੋਂ ਰੋਸ ਧਰਨੇ ਵਿੱਢੇ ਹੋਏ ਹਨ, ਤੇ ਜਦੋਂ 15 ਦਸੰਬਰ ਤੋਂ ਜਿਹੜਾ ਟੋਲ ਪਲਾਜ਼ਿਆਂ ਦਾ ਸੰਘਰਸ਼ ਸ਼ੁਰੂ ਹੋਵੇਗਾ ਉਸ ਦਰਮਿਆਨ ਵੀ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਸੰਘਰਸ਼ ਪਹਿਲਾਂ ਵਾਂਗ ਹੀ ਜਾਰੀ ਰਹਿਣਗੇ, ਤੇ ਇਸ ਦੇ ਨਾਲ ਹੀ ਜਿਹੜੇ ਟੋਲ ਪਲਾਜ਼ਿਆਂ ਉੱਤੇ ਵੀ ਕਿਸਾਨ ਸੰਘਰਸ਼ ਵਜੋਂ ਡਟ ਜਾਣਗੇ। ਜਥੇਬੰਦੀ ਮੁਤਾਬਕ ਇਸ ਵੇਲੇ ਪੰਜਾਬ ਦੇ 9-10 ਜ਼ਿਲ੍ਹਿਆਂ ਦੇ ਵਿੱਚ ਪੈਂਦੇ ਟੋਲ ਪਲਾਜ਼ਿਆਂ ਨੂੰ ਪਹਿਲੇ ਪੜਾਅ ਦੇ ਵਿੱਚ ਜਥੇਬੰਦੀ ਮੁਫਤ ਕਰ ਦੇਵੇਗੀ, ਤੇ ਹੌਲੀ-ਹੌਲੀ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜੇ ਟੋਲ ਪਲਾਜ਼ੇ ਹਨ ਬੰਦ ਕੀਤੇ ਜਾਣਗੇ। ਇਸ ਜਥੇਬੰਦੀ ਵੱਲੋਂ ਰੋਸ ਧਰਨੇ ਵਿੱਢੇ ਹੋਏ ਹਨ, ਉਹਨਾਂ ਦੇ ਵਿੱਚ ਮਾਲਵਾ ਪੱਟੀ ਦੇ ਫਿਰੋਜ਼ਪੁਰ, ਮੋਗਾ ਤੇ ਫਾਜ਼ਿਲਕਾ ਇਸ ਵੇਲੇ ਸ਼ਾਮਲ ਹੋ ਚੁੱਕੇ ਹਨ। ਜਥੇਬੰਦੀ ਦਾ ਕਹਿਣਾ ਹੈ ਕਿ ਜਦੋਂ ਟੋਲ ਪਲਾਜ਼ਿਆਂ ਦਾ ਸੰਘਰਸ਼ ਸ਼ੁਰੂ ਹੋਏਗਾ ਉਸ ਸੰਘਰਸ਼ ਦੇ ਵਿੱਚ ਪੂਰਾ ਪੰਜਾਬ ਉਮੜ ਪਵੇਗਾ। ਉਹਨਾਂ ਆਖਿਆ ਕਿ ਜਥੇਬੰਦੀ ਦੀਆਂ ਜਿਹੜੀਆਂ ਮੰਗਾਂ ਹਨ ਉਹ ਪੰਜਾਬ ਦੇ ਇਕੱਲੇ ਕਿਸਾਨਾਂ ਨਾਲ ਹੀ ਸੰਬੰਧਿਤ ਨਹੀਂ ਬਲਕਿ ਮਜ਼ਦੂਰਾਂ ਤੇ ਕਿਰਤੀਆਂ ਨਾਲ ਵੀ ਸੰਬੰਧਿਤ ਹਨ। ਪੰਜਾਬ ਦੇ ਹੋਰ ਵੱਖ-ਵੱਖ ਵਰਗਾਂ ਦੇ ਲੋਕਾਂ ਦੀਆਂ ਜਿਹੜੀਆਂ ਦਰਪੇਸ਼ ਮੁਸ਼ਕਲਾਂ ਮੰਗਾਂ ਹਨ ਉਹ ਵੀ ਇਸ ਸੰਘਰਸ਼ ਦੇ ਵਿੱਚ ਵੱਖ-ਵੱਖ ਮੱਦਾਂ ਵਿੱਚ ਅੰਕਿਤ ਹਨ। ਹੁਣ ਵੇਖਣਾ ਹੋਵੇਗਾ ਕਿ ਇਸ ਜਥੇਬੰਦੀ ਦਾ ਟੋਲ ਪਲਾਜ਼ਾ ਮੁਫਤ ਸੰਬੰਧੀ ਜਿਹੜਾ ਸੰਘਰਸ਼ ਹੈ ਉਹ ਅਗਲੇ ਸਮੇਂ ਕਿਸ ਤਰ੍ਹਾਂ ਦਾ ਰਹੇਗਾ, ਜਾਂ ਇਸ ਜਥੇਬੰਦੀ ਨਾਲ ਅਗਲੇ ਸਮੇਂ ਸਰਕਾਰ ਗੱਲਬਾਤ ਕਰਕੇ ਇਸ ਸੰਘਰਸ਼ ਨੂੰ ਟਾਲ ਲਵੇਗੀ। ਖੈਰ, ਇਸ ਜਥੇਬੰਦੀ ਵੱਲੋਂ ਜਿਹੜੀਆਂ ਇਸ ਵੇਲੇ ਮੰਗਾਂ ਤੇ ਮਸਲੇ ਅੰਕਿਤ ਕੀਤੇ ਹੋਏ ਹਨ ਉਹਨਾਂ ਦੇ ਵਿੱਚ
ਕੇਂਦਰ ਸਰਕਾਰ ਤੇ ਰਾਜ ਸਰਕਾਰ ਦੋਵਾਂ ਦੇ ਨਾਲ ਮੁਤਲਕ ਹਨ ਤੇ ਜਥੇਬੰਦੀ ਦਾ ਕਹਿਣਾ ਵੀ ਹੈ ਕਿ ਜਿਹੜਾ ਉਹਨਾਂ ਦਾ ਸੰਘਰਸ਼ ਇਕੱਲੇ ਪੰਜਾਬ ਸਰਕਾਰ ਦੇ ਖਿਲਾਫ ਹੀ ਨਹੀਂ ਹੋਵੇਗਾ, ਬਲਕਿ ਨਾਲ ਹੀ ਕੇਂਦਰ ਸਰਕਾਰ ਦੇ ਖਿਲਾਫ ਵੀ ਹੋਵੇਗਾ। ਤਾਂ ਹੀ ਕਾਰਪੋਰੇਟ ਪੱਖੀ ਘਰਾਣਿਆਂ ਦੇ ਨਾਲ ਜੁੜੇ ਲੋਕਾਂ ਦੇ ਜਿਹੜੇ ਟੋਲ ਪਲਾਜ਼ੇ ਹਨ, ਉਹਨਾਂ ਕੰਪਨੀਆਂ ਦੇ ਖਿਲਾਫ ਵੀ ਸੰਘਰਸ਼ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਵੇਲੇ ਜਿਹੜੇ ਸੜਕੀ ਟੋਲ ਪਲਾਜ਼ੇ ਹਨ, ਉਹਨਾਂ ਵੱਲੋਂ ਹਰ ਵਰੇ ਜਿਹੜੀਆਂ ਪਰਚੀਆਂ ਦੇ ਰੇਟ ਹਨ ਉਹ ਵਧਾ ਲਏ ਜਾਂਦੇ ਹਨ, ਜਿਸ ਨਾਲ ਆਮ ਲੋਕਾਂ ਉੱਤੇ, ਆਮ ਰਾਹਗੀਰਾਂ ਉੱਤੇ ਹਰ ਵਰੇ ਜਿਹੜਾ ਵਿੱਤੀ ਬੋਝ ਹੈ ਉਹ ਵੱਧ ਰਿਹਾ ਹੈ। ਹੁਣ ਵੀ ਦੱਸਿਆ ਜਾ ਰਿਹਾ ਹੈ ਕਿ 1 ਅਪ੍ਰੈਲ ਨੂੰ ਜਿਹੜੇ ਟੋਲ ਪਲਾਜ਼ਿਆਂ ਦੇ ਰੇਟ ਹਨ ਉਹ ਇੱਕ ਵਾਰ ਫਿਰ ਵੱਧ ਜਾਣਗੇ। ਹਾਲਾਂਕਿ ਇਸ ਵੇਲੇ ਵੀ ਟੋਲ ਪਲਾਜ਼ਿਆਂ ਦੀ ਪਰਚੀ ਦਾ ਜਿਹੜਾ ਰੇਟ ਹੈ ਉਹ ਮੋਟਾ ਹੀ ਤੈਅ ਹੈ ਤੇ ਪੰਜਾਬ ਦੀ ਨਵੀਂ ਸਰਕਾਰ, ਕਹਿ ਲਈਏ ਕਿ ਭਗਵੰਤ ਮਾਨ ਦੀ ਸਰਕਾਰ ਵੀ ਟੋਲ ਪਲਾਜ਼ਿਆਂ ਦੇ ਖਿਲਾਫ ਆਪਣਾ ਰੁਖ ਰੱਖ ਰਹੀ ਹੈ। ਪਿਛਲੇ ਸਮੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੁਝ ਟੋਲ ਪਲਾਜ਼ਿਆਂ ਨੂੰ ਬਾਹਰਲਾ ਰਸਤਾ ਵੀ ਵਿਖਾਇਆ, ਕਹਿੰਦਾ ਭਾਵ ਕਿ ਟੋਲ ਪਲਾਜ਼ੇ ਹਟਾ ਦਿੱਤੇ ਗਏ ਹਨ। ਉਂਝ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਸ ਗੱਲੋਂ ਕਈ ਵਾਰ ਬਿਆਨ ਆ ਚੁੱਕਾ ਹੈ ਕਿ ਪੰਜਾਬ ਨੂੰ ਟੋਲ ਪਲਾਜ਼ਿਆਂ ਤੋਂ ਮੁਕਤ ਕਰਨ ਦੀ ਲੋੜ ਹੈ ਤੇ ਸਰਕਾਰ ਇਸ ਪਾਸੇ ਵੱਲ ਸੰਜੀਦਾ ਵੀ ਹੈ। ਹੁਣ ਵੇਖਣਾ ਹੋਵੇਗਾ ਕਿ ਟੋਲ ਪਲਾਜ਼ਿਆਂ ਪ੍ਰਤੀ ਸਰਕਾਰ ਅਗਲੇ ਸਮੇਂ ਕਿਸ ਤਰ੍ਹਾਂ ਦਾ ਪੈਂਤੜਾ ਅਪਣਾਏਗੀ। ਸੜਕੀ ਵਾਹਨ ਚਾਲਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਟੋਲ ਪਲਾਜ਼ੇ ਜਿਹੜੇ ਇਸ ਵੇਲੇ ਲੱਗੇ ਹੋਏ ਹਨ, ਉਹਨਾਂ ਦਾ ਇੰਜ ਭੁਲੇਖਾ ਪੈ ਰਿਹਾ ਹੈ ਜਿਵੇਂ ਇਹ ਕੋਈ ਜੰਜਬਾਟ ਟੈਕਸ ਹੋਵੇ। ਮੁਗਲ ਰਾਜ ਵੇਲੇ ਅਜਿਹੇ ਟੈਕਸ ਉਗਰਾਏ ਜਾਂਦੇ ਸਨ ਤੇ ਹੁਣ ਜਦੋਂ ਹਰ ਵਾਹਨ ਵਹੀਕਲ ਵੱਖਰੇ ਤੌਰ ਤੇ ਰੋਡ ਟੈਕਸ ਪਹਿਲਾਂ ਅਦਾ ਕਰ ਚੁੱਕਾ ਹੁੰਦਾ ਹੈ ਤੇ ਟੋਲ ਵਜੋਂ ਇੱਕ ਮੋਟੀ ਪਰਚੀ ਫਿਰ ਉਹਦੇ ਹੱਥ 'ਚ ਫੜਾ ਦਿੱਤੀ ਜਾਂਦੀ ਹੈ। ਹੁਣ ਅੱਗੇ ਵੇਖਣ ਵਾਲੀ ਗੱਲ ਹੋਵੇਗੀ ਕਿ ਪੰਜਾਬ ਦੇ ਵਿੱਚ ਟੋਲ ਪਲਾਜ਼ਿਆਂ ਦਾ ਭਵਿੱਖ ਕੀ ਹੋਵੇਗਾ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਆਰੰਭੇ ਜਾਣ ਵਾਲੇ ਸੰਘਰਸ਼ ਦਾ ਅਗਲੇ ਸਮੇਂ ਰੁਖ ਕੀ ਰਹੇਗਾ। ਅੱਜ ਦੇ ਅਜਿਹੇ ਵਿਸ਼ਲੇਸ਼ਣ ਨਾਲ ਆਪਾਂ ਪ੍ਰੋਗਰਾਮ ਨੂੰ ਵਿਸ਼ਰਾਮ ਦਈਏ। ਧੰਨਵਾਦ ਤੇ ਵੇਖਦੇ ਰਹੋ ਚੈਨਲ ਈ ਮਿਸ਼ਨ ਪੰਜਾਬੀ। ਈ ਮਿਸ਼ਨ ਪੰਜਾਬੀ।